Good morning, students. So our next topic is fermented food. Fermented food ਦੇ ਵਿੱਚ ਇਡਲੀ ਹੈ, ਵੜਾ, ਡੋਸਾ, ਗੁੰਡਰੁਕ. ਸੋ 5-6 ਟਾਈਪਸ ਆਫ fermented food ਆਪਾਂ ਪੜਾਂਗੇ. ਸੋ ਅੱਜ ਮੈਂ ਤੁਹਾਨੂੰ ਇਹਦੇ ਚੋਂ ਪੜ੍ਹਾ ਰਹੀ ਹਾਂ ਇਡਲੀ ਐਂਡ ਡੋਸਾ, ਬਟ ਇਹਦੇ ਹੋਰ ਨੋਟਸ ਵੀ ਮੇਰੇ ਕੋਲ ਅਵੇਲੇਬਲ ਨੇ, ਇਸ ਟਾਈਮ ਨਹੀਂ ਹੈ, ਤਾਂ ਕੱਲ੍ਹ ਉਹ ਮੈਂ ਮੂਡਲ 'ਤੇ ਅਪਲੋਡ ਕਰੂੰਗੀ. ਅਦਰਵਾਈਜ਼ ਕੀ ਫਰਮੈਂਟੇਸ਼ਨ ਪ੍ਰੋਸੈਸ ਐਂਡ ਕੀ ਹੈ ਉਹ ਆਪਾਂ ਇਹਦੇ ਇਸ ਬੁੱਕ ਤੋਂ BD ਸਿੰਘ ਦੀ ਬੁੱਕ ਤੋਂ ਆਪਾਂ ਪੜ੍ਹ ਸਕਦੇ ਹਾਂ. ਸੋ ਇਡਲੀ, ਵੜਾ, ਡੋਸਾ ਆਈ ਥਿੰਕ ਸਭ ਨੇ ਟੇਸਟ ਕੀਤਾ ਹੀ ਹੋਣਾ, ਐਂਡ ਸਾਊਥ ਇੰਡੀਅਨ ਫੂਡ ਹੈ. ਸੋ ਗ੍ਰੇਟ ਵੈਰਾਈਟੀ ਆਫ ਫਰਮੈਂਟਡ ਫੂਡ ਇਜ਼ ਕੰਜ਼ਿਊਮ ਡੇਲੀ ਇਨ ਇੰਡੀਆ. ਸੋ ਦਿਸ ਇਜ਼ ਸਪੈਸ਼ਲੀ ਪੋਪੂਲਰ ਇਨ ਸਦਰਨ ਇੰਡੀਆ. ਐਂਡ ਕਿਵੇਂ ਇਹ ਪ੍ਰੀਪੇਅਰ ਕੀਤਾ ਜਾਂਦਾ? ਦਿਸ ਇਜ਼ ਪ੍ਰੀਪੇਅਰਡ ਵਿਦ ਦੀ ਹੈਲਪ ਆਫ ਫਰਮੈਂਟਡ ਬੈਟਰ. ਔਰ ਫਰਮੈਂਟਡ ਬੈਟਰ ਕਿਹਦਾ ਬਣਿਆ ਹੁੰਦਾ? ਰਾਈਸ ਐਂਡ ਬਲੈਕ ਗ੍ਰਾਮ. ਬਲੈਕ ਗ੍ਰਾਮ ਦਾ ਸਾਇੰਟੀਫਿਕ ਨੇਮ ਕੀ ਆ? ਫਿਜ਼ੀਓਲਿਸ ਮੰਗੋ. ਤਾਂ ਬੇਸਿਕਲੀ ਇਟਸ ਅ ਲੈਗਿਊਮ ਜਿਹਨੂੰ ਆਪਾਂ ਬਲੈਕ ਦਾਲ, ਕਾਲੀ ਦਾਲ ਉਹ ਐਂਡ ਨਾਲ ਆਪਾਂ ਰਾਈਸ, ਇਹਨਾਂ ਦੋਨਾਂ ਨੂੰ ਸੋਕ ਕਰਕੇ ਦੈਨ ਉਹਦੀ ਪ੍ਰੋਡਕਸ਼ਨ ਕੀਤੀ ਜਾਂਦੀ ਆ. ਇਹਦਾ ਪ੍ਰੈਕਟੀਕਲ ਵੀ ਹੈ. ਪ੍ਰੈਕਟੀਕਲ ਦੇ ਲਈ ਵੀ ਆਪਾਂ ਸੇਮ ਅਗਰ ਤੁਸੀਂ ਇਸੀ ਪੈਟਰਨ ਨੂੰ ਫੋਲੋ ਕਰੋਗੇ ਇਹਦੇ ਨਾਲ ਵੀ ਬਣਾ ਸਕਦੇ ਹਾਂ. ਅਦਰਵਾਈਜ਼ ਇਹਦੀ ਰੈਸਿਪੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਐਂਡ ਤੁਸੀਂ ਉਹ ਆਪਣੇ ਘਰ ਸਭ ਜੇ ਜਿਨ੍ਹਾਂ ਕੋਲ ਮਾਈਕ੍ਰੋਵੇਵ ਅਵਨ ਹੈ ਉਹ 'ਚ ਬਣਾ ਲਿਓ. ਅਗਰ ਉਹ 'ਚ ਵੀ ਨਹੀਂ ਪੋਸੀਬਲ ਦੈਨ ਚੁੱਲ੍ਹੇ 'ਤੇ ਕਿਵੇਂ ਗੈਸ 'ਤੇ ਬਣਦਾ ਉਹ ਵੀ ਮੈਂ ਪ੍ਰੋਸੀਜਰ ਦੱਸ ਦੂੰਗੀ, ਬਟ ਸਾਰੇ ਬਣਾ ਲੈਣ ਤਾਂ ਕਿ ਆਪਣਾ ਇੱਕ ਪ੍ਰੈਕਟੀਕਲ ਪਾਰਟ ਵੀ ਹੋ ਜਾਏਗਾ. ਸੋ ਆਈਲ ਸ਼ੇਅਰ ਡੈਟ ਰੈਸਪੀ ਆਲਸੋ. ਹੁਣ ਕਿਵੇਂ ਇਹਦੀ ਪ੍ਰੋਡਕਸ਼ਨ ਹੁੰਦੀ ਆ ਅਗਰ ਆਪਾਂ ਹਾਇਰ ਲੈਵਲ 'ਤੇ ਗੱਲ ਕਰਦੇ ਹਾਂ ਤਾਂ ਦਿਸ ਇਜ਼ ਮੇਡ ਬਾਏ ਨੈਚੁਰਲ ਫਰਮੈਂਟੇਸ਼ਨ. ਜਨਰਲੀ ਆਪਾਂ ਕੀ ਕਰਦੇ ਹਾਂ? ਬਲੈਕ ਗ੍ਰਾਮ, ਜਿਹਨੂੰ ਬਲੈਕ ਗ੍ਰਾਮ ਦਾਲ, ਜਾਂ ਇਹਨੂੰ ਪਰ ਬੋਇਲ ਮਤਲਬ ਪੂਰੀ ਤਰ੍ਹਾਂ ਬੋਇਲ ਨਾ ਕਰਕੇ ਇਹਨੂੰ ਆਪਾਂ ਸੋਕ ਕਰ ਦੇਣਾ ਆ. ਸੋਕ ਕਿੰਨੇ ਟਾਈਮ ਲਈ ਕਰਨਾ? 3 to 10 ਆਰ ਬਿਫੋਰ ਗ੍ਰਾਈਂਡਿੰਗ ਦੈਮ ਇਨਟੂ ਪੇਸਟ. ਤੋਂ 3 ਤੋਂ 10 ਘੰਟੇ ਆਪਾਂ ਇਹਨੂੰ ਪੇਸਟ ਬਣਾਉਣ ਤੋਂ ਪਹਿਲਾਂ ਇਹਨੂੰ ਸੋਕ ਕਰਕੇ ਰੱਖਣਾ. ਐਂਡ ਬੇਸਿਕਲੀ ਜਦੋਂ ਆਪਾਂ ਇਡਲੀ ਦੀ ਗੱਲ ਕਰਦੇ ਹਾਂ ਤਾਂ ਡਰਾਈ ਰਾਈਸ ਐਂਡ ਜਿਹੜੀ ਬਲੈਕ ਗ੍ਰਾਮ ਦੀ ਕੰਸਨਟ੍ਰੇਸ਼ਨ ਹੁੰਦੀ ਆ, ਤੁਸੀਂ ਕਹਿ ਸਕਦੇ ਹੋ ਕਿ 3:1 ਹੈ. 3:1 ਮੀਨਸ ਅਗਰ ਆਪਾਂ 3 ਕੋਲੀਆਂ ਰਾਈਸ ਦੀਆਂ ਪਾ ਰਹੇ ਹਾਂ ਦੈਨ 1 ਕੋਲੀ ਆਪਾਂ ਦਾਲ ਦੀ ਪਾਵਾਂਗੇ. ਤਾਂ ਦੈਨ 2 ਪੇਸਟ ਆਰ ਮਿਕਸ ਟੂਗੈਦਰ. ਉਹਨਾਂ ਨੂੰ ਮਿਕਸ ਕੀਤਾ ਜਾਂਦਾ, ਥੋੜ੍ਹਾ ਸਾਲਟ ਐਡ ਕੀਤਾ ਜਾਂਦਾ, ਪਾਣੀ, ਤਾਂ ਕਿ ਇੱਕ ਕੰਸਿਸਟੈਂਟ ਆਪਣੇ ਕੋਲ ਡਿਜ਼ਾਇਰੇਬਲ ਕੰਸਿਸਟੈਂਸੀ ਆ ਜਾਵੇ ਆਪਣੇ ਬੈਟਰ ਦੀ. ਪਲੀਜ਼ ਚੈੱਕ, ਮੈਨੂੰ ਡਾਊਟ ਹੈ ਕਿ ਇਹ ਬੈਟਰ ਦੀ ਸਪੈਲਿੰਗ ਇਹੀ ਆ ਜਾਂ BATTER ਆ. ਯੈਸ ਆ ਸਪੈਲਿੰਗ ਇੱਥੇ ਗਲਤ ਲਿਖੇ ਹੋਏ ਆ. ਨੈਕਸਟ ਦੈਨ ਬੈਟਰ ਇਜ਼ ਅਲਾਉਡ ਟੂ ਫਰਮੈਂਟੇਸ਼ਨ ਦੇ ਟਾਈਮ 'ਤੇ ਟੈਂਪਰੇਚਰ ਕੰਡੀਸ਼ਨ ਕੀ ਆ? 25 to 30. ਜਦੋਂ ਇਹ ਸਾਰਾ ਤੁਸੀਂ ਟੌਪਿਕ ਪੜ੍ਹ ਲਓਗੇ ਯੂ ਵਿਲ ਨੋਟਿਸ ਕਿ ਇਹਦਾ ਜਿਵੇਂ ਆਪਾਂ ਹੋਰ ਫਰਮੈਂਟੇਸ਼ਨ ਦੇ ਫਲੋ ਡਾਇਗਰਾਮ ਬਣਾਉਂਦੇ ਹਾਂ ਸੇਮ ਵੇ ਇਹਦੇ ਵੀ ਆਪਾਂ ਫਲੋ ਡਾਇਗਰਾਮ ਬਣਾ ਸਕਦੇ ਹਾਂ. ਫਿਰ ਹੁਣ ਇਹਨਾਂ ਨੇ ਰੇਸ਼ੋ ਦੀ ਥੋੜ੍ਹੀ ਬਹੁਤ ਗੱਲ ਕੀਤੀ ਆ ਕਿ ਅਗਰ ਰੇਸ਼ੋ ਨੂੰ ਆਪਾਂ ਚੇਂਜ ਕਰ ਦਿੰਦੇ ਹਾਂ ਦੈਨ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਸਾਡੀ ਇਡਲੀ ਆ ਉਹ ਹਾਰਡ ਬਣ ਜਾਂਦੀ ਆ ਐਂਡ ਔਰਗੈਨੋਲੈਪਟਿਕਲੀ ਅਨਅਸੈਪਟੇਬਲ. ਔਰਗੈਨੋਲੈਪਟਿਕਲੀ ਮਤਲਬ ਜਿਵੇਂ ਉਹਦਾ ਟੇਸਟ, ਟੈਕਸਚਰ ਐਂਡ ਆਲ ਉਹ ਸਹੀ ਨਹੀਂ ਬਣਦਾ. ਤਾਂ ਇਹ ਜਿਹੜੀ ਕੰਸਨਟ੍ਰੇਸ਼ਨ ਹੈ ਡੈਟ ਇਜ਼ ਵੈਰੀ ਇੰਪੋਰਟੈਂਟ. ਅਤੇ ਕਹਿੰਦੇ ਜੇ 50% ਤੋਂ ਹੋ ਜਾਵੇ ਤਾਂ ਫਿਰ ਉਹ ਬਹੁਤ ਜ਼ਿਆਦਾ ਸਟਿੱਕੀ ਹੋ ਜਾਂਦੀ ਹੈ. ਸਟਿੱਕੀ ਹੋ ਗਈ ਤਾਂ ਆਪਣੇ ਕੋਲ ਜਿਸ ਬਰਤਨ 'ਚ ਜਾਂ ਜਿਵੇਂ ਜਿਸ ਫਰਮੈਂਟੇਸ਼ਨ ਟੈਂਕਰ ਚੈਂਬਰ 'ਚ ਆਪਾਂ ਬਣਾ ਰਹੇ ਹਾਂ ਉਸ ਦੇ ਵਿੱਚ ਉਹਦੇ ਵਿੱਚ ਜਿਹੜੀ ਪ੍ਰੋਡਕਸ਼ਨ ਆ ਉਹ ਸਟਿੱਕੀ ਹੋ ਜਾਏਗੀ. ਤਾਂ ਇਸ ਲਈ ਜਦੋਂ ਵੀ ਇਡਲੀ ਬਣਾਉਣੀ ਹੈ ਤਾਂ ਡੈਟ ਇਜ਼ ਇੰਪੋਰਟੈਂਟ ਕਿ ਤੁਸੀਂ ਜਿਹੜੀ ਉਹਦੀ ਕੰਸਿਸਟੈਂਸੀ ਹੈ, ਜਿਹੜੀ ਉਹਦੀ ਕੰਸਨਟ੍ਰੇਸ਼ਨ ਹੈ ਰਾਈਸ ਐਂਡ ਦਾਲ ਦੀ, ਉਹ ਸਿਮਿਲਰ ਰੱਖੋ, ਯੂਨੀਫਾਰਮ ਕੰਸਿਸਟੈਂਸੀ ਰੱਖੋ. ਐਂਡ ਦੈਨ ਜਿਹੜੇ ਇਹ ਸਬਸਟੇਟ ਨੇ, ਹੁਣ ਕਹਿੰਦੇ ਇਹ ਜਿਹੜੇ ਰਾਈਸ ਜਾਂ ਬਲੈਕ ਗ੍ਰਾਮ ਆ ਇਹਨਾਂ ਤੋਂ ਹੀ ਡਿਫਰੈਂਟ ਕਾਈਂਡਸ ਆਫ ਮਾਈਕ੍ਰੋਇਜ਼ਮ ਮਿਲਦੇ ਆ ਆਪਾਂ ਨੂੰ ਜਿਹੜੇ ਕਿ ਫਰਮੈਂਟੇਸ਼ਨ 'ਚ ਇਨਵੋਲਵ ਹੁੰਦੇ ਆ. ਕਿਉਂਕਿ ਇਹ ਨੈਚੁਰਲ ਫਰਮੈਂਟੇਸ਼ਨ ਹੈ, ਕਿਉਂਕਿ ਇਡਲੀ ਨੂੰ ਜਾਂ ਆਪਾਂ ਡੋਸੇ ਨੂੰ ਨੈਚੁਰਲ ਫਰਮੈਂਟੇਸ਼ਨ ਦੇ ਥਰੂ ਬਣਾ ਸਕਦੇ ਹਾਂ. ਇਹਦਾ ਮਤਲਬ ਕੀ ਆ ਕਿ ਆਪਾਂ ਨੂੰ ਕੋਈ ਬਾਹਰੋਂ ਮਾਈਕ੍ਰੋਇਜ਼ਮ ਦੇਣ ਦੀ ਜ਼ਰੂਰਤ ਨਹੀਂ ਹੈ. ਮਾਈਕਰੋ ਆਰਗਨਿਜ਼ਮ ਆਪਾਂ ਨੂੰ ਇਨ ਬਿਟਵੀਨ ਹੀ ਆਪਣੇ ਰਾਈਸ ਐਂਡ ਗ੍ਰਾਮ ਤੋਂ ਮਿਲ ਜਾਣਾ. ਕਿਵੇਂ? ਵਿਦ ਦੀ ਹੈਲਪ ਆਫ ਦੀਜ਼ ਮਾਈਕਰੋਬੀਅਲ ਪਾਪੂਲੇਸ਼ਨ ਜਿਹੜੀ ਕਿਚ ਪਈ ਆ. ਕਹਿੰਦੇ ਜ਼ਿਆਦਾਤਰ ਮਿਲਦੀ ਆਪਾਂ ਨੂੰ 'ਚ ਲਿਖਿਆ ਹੋਇਆ ਆ ਦਿਸ ਦਾਲ ਦੇ ਵਿੱਚ, ਜਿਵੇਂ ਲਿਊਕੋਨੋਸਟਿਕ ਮਿਜ਼ੋਨਟਰਾਈਜ਼ ਹੈ ਬੇਸਿਕਲੀ ਵਿਚ ਇਜ਼ ਦੀ ਮਾਈਕ੍ਰੋਇਜ਼ਮ ਡੈਟ ਇਜ਼ ਮੇਜਰਲੀ ਇਨਵੋਲਵ ਇਨ ਦੀ ਪ੍ਰੋਡਕਸ਼ਨ ਆਫ ਇਡਲੀ. ਔਰ ਯੂ ਕੈਨ ਸੇ ਜਿਹੜੀ ਗੈਸ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਗੈਸ ਦੀ ਪ੍ਰੋਡਕਸ਼ਨ ਦੇ ਵਿੱਚ ਰੋਲ ਪਲੇ ਕਰਦਾ. ਇਨ ਦਾ ਲੇਟੈਸਟ ਸਟੇਜ ਆਫ ਫਰਮੈਂਟੇਸ਼ਨ ਕਹਿੰਦੇ ਸਟੈਪਟੋਕੋਕਸ ਫੇਸੀਏਲਿਸ ਐਂਡ ਪੀਡੀਓਕੋਕਸ ਸਿਰੀਵਿਸਾਈ ਵੀ ਆਪਣੇ ਆਪ ਨੂੰ ਡਿਵੈਲਪ ਕਰ ਲੈਂਦੇ ਆ. ਐਂਡ ਇਸ ਦੇਖਿਆ ਗਿਆ ਹੈ ਕਿ ਜਿਹੜਾ ਮੇਜਰ ਮਾਈਕਰੋ ਆਰਗਨਿਜ਼ਮ ਹੈ ਫॉर ਦੀ ਗੈਸ ਪ੍ਰੋਡਕਸ਼ਨ ਇਜ਼ Leuconostoc mesenteroids. So Leuconostoc mesenteroids is the best
ਮਾਈਕਰੋ ਆਰਗੈਨਿਜ਼ਮ ਯੂ ਕੈਨ ਸੇ। ਹੁਣ ਕਈਆਂ ਨੇ ਕਈ ਕਹਿ ਲਓ ਸਾਇੰਟਿਸਟ ਨੇ ਇਹ ਵੀ ਦੇਖਿਆ, ਇੱਥੇ ਹੁਣ ਟਰਮ ਯੂਜ਼ ਕੀਤੀ ਗਈ ਆ ਵਰਕਰਸ ਨੇ, ਤਾਂ ਵਰਕਰਸ ਜਾਂ ਸਾਇੰਟਿਸਟ ਨੇ ਦੇਖਿਆ ਕਿ ਦੇਰ ਇਜ਼ ਅ ਟੋਰਲੋਪਸਿਸ ਕੈਂਡੀਡਾ ਐਂਡ ਟ੍ਰਾਈਕੋਸਪੋਰਸ ਫੁਲਨਸ, these are again two microorganism but these are yeast। ਕਹਿੰਦੇ ਇਹ ਵੀ ਈਸਟ ਆਪਣਾ ਰੋਲ ਪਲੇ ਕਰਦੀਆਂ ਆ ਫਰਮੈਂਟੇਸ਼ਨ ਦੇ ਵਿੱਚ, ਅਪੀਅਰੈਂਸ ਦੇਣ ਲਈ, ਫਲੇਵਰ ਦੇਣ ਲਈ, ਜਾਂ ਇੱਕ ਕਰੈਕਟਰਿਸਟਿਕ ਕੰਸਿਸਟੈਂਸੀ ਦੇਣ ਲਈ। ਕਈ ਵਾਰੀ ਕਹਿੰਦੇ ਇਹ ਅਲੱਗ-ਅਲੱਗ ਕੰਮ ਕਰਦੀਆਂ, ਕਈ ਵਾਰੀ ਇਹਨਾਂ ਦਾ ਕੰਬਾਈਨ ਐਕਸ਼ਨ। ਮਤਲਬ ਇਹ ਸਭ ਕੁਛ ਕਿੱਥੇ ਮਿਲ ਰਿਹਾ? these are present in our mixture only। तो natural fermentation means role of microorganism, and role of microorganism we are getting through natural system, natural प्रोडक्ट्स या जी सबसेट। आप फिर प्रोडक्ट तो अपना इडली आ नैचुरल सबसेट की नहीं, अपनियां दालां वगैरह, दही हो सकता, नमक हो सकता, या आप जो भी एडिशनस करते पे हैं वो एडिशनस समहाउ साडी फर्मेंटेशन प्रोसैस नूं एनहांस कर रही हैं, फ्लेवर दे रही हैं, टैक्सचर दे रही हैं, एंड एक करैक्टरिस्टिक्स जो दी कंसिस्टेंसी है वो प्रोवाइड कर रही हैं। कई केसिस कहते कई रिपोर्ट ये भी रिपोर्ट होया कि ਜਿਹੜੇ ਈਸਟ ਐਂਡ ਬੈਕਟੀਰੀਆ ਦੋਨੋਂ ਪਾਰਟਿਸਿਪੇਟ ਕਰਦੇ ਆ ਇਡਲੀ ਦੀ ਪ੍ਰੋਡਕਸ਼ਨ ਦੇ ਵਿੱਚ, ਐਂਡ ਐਸਿਡ ਐਂਡ ਗੈਸ ਪ੍ਰੋਡਕਸ਼ਨ ਹੋਣ ਤੋਂ ਬਾਅਦ ਸਾਡੇ ਕੋਲ ਇੱਕ ਫਾਈਨਲ ਪ੍ਰੋਡਕਟ ਸਾਡਾ ਬਣ ਜਾਂਦਾ ਹੈ। ਤਾਂ ਇਟ ਮੀਨਸ ਕਿ ਦੇਰ ਆਰ ਕੰਬੀਨੇਸ਼ਨ ਆਫ ਮਾਈਕਰੋਇਜ਼ਮ। ਜ਼ਰੂਰੀ ਨਹੀਂ ਹੈ ਕਿ ਸਿਰਫ ਲਿਊਕੋਨੋਸਟਿਕ ਮਿਜ਼ੈਂਟਰੋਇਡ ਹੈ। ਕਈ ਸਾਇੰਟਿਸਟ ਨੇ ਇਹ ਦਾਅਵਾ ਕੀਤਾ ਹੈ ਕਿ ਦੇਰ ਆਰ ਡਿਫਰੈਂਟ ਈਸਟ which are present in our substrate which involve in the natural fermentation। कई बार कहते हैं कि एक तो बाद दूसरे माइक्रोइज्म ग्रो कर जाते हैं, लाइक स्ट्रेप्टोकोकस या पीडियोकोकस, ਜਿਹੜੇ कि डिवेलपमेंट कराते हैं, या गैस फर्मेंटेशन, या ਜਿਹੜੀ ਆਪਾਂ ਕਹਿੰਦੇ ਆ ਕਿ ਇਡਲੀ 'ਚ ਸੌਫਟਨੈਸ ਆਉਂਦੀ ਆ। ਜੇ ਤੁਸੀਂ ਸਭ ਨੇ ਟਰਾਈ ਕੀਤੀ ਹੈ ਇਡਲੀ, ਤਾਂ ਉਹਦੇ ਵਿੱਚ ਜਿਹੜੀ ਬਬਲ ਦੀ ਫਾਰਮੇਸ਼ਨ ਤੋਂ ਬਾਅਦ ਛੋਟੇ ਜਿਵੇਂ ਬ੍ਰੈਡ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਸ਼ੇਕ, ਸੇਮ ਵੇ ਉਹਦੇ ਵਿੱਚ ਮਿਲਦੇ ਆ। ਤਾਂ ਦਿਸ ਇਜ਼ ਦੀ ਗੈਸ ਪ੍ਰੋਡਕਸ਼ਨ ਬੇਸਿਕਲੀ। ਔਰ ਉਹ ਗੈਸ ਪ੍ਰੋਡਕਸ਼ਨ ਕਦੋਂ ਹੋਏਗੀ? ਜਦੋਂ ਫਰਮੈਂਟੇਸ਼ਨ ਹੋਏਗੀ। ਫਰਮੈਂਟੇਸ਼ਨ ਕਦੋਂ ਹੋਏਗੀ? ਜਦੋਂ ਮਾਈਕਰੋਇਜ਼ਮ ਪ੍ਰੈਜ਼ੈਂਟ ਹੋਣਗੇ। ਦੈਨ ਕਹਿੰਦੇ ਜਿਹੜਾ ਟੂ ਮੋਰ ਸਿਗਨੀਫਿਕੈਂਟ ਜਿਹੜੇ ਚੇਂਜਿਸ ਇਡਲੀ ਫਰਮੈਂਟੇਸ਼ਨ 'ਚ ਦੇਖਣ ਨੂੰ ਮਿਲਦੇ ਆ, ਡੈਟ ਇਜ਼ ਲੈਵਲਿੰਗ। ਲੈਵਲਿੰਗ ਕੀ ਹੁੰਦਾ? ਕਿ ਜਿਹੜਾ ਆਪਣੇ ਕੋਲ ਕਹਿ ਲਓ ਕਿ ਸਾਡੀ ਜਿਹੜੀ ਇਡਲੀ ਆ ਉਹ ਫੁੱਲਦੀ ਹੈ, ਡੈਟ ਇਜ਼ ਲੈਵਲਿੰਗ। तो विद दी हैल्प ऑफ ਲੈਵਲਿੰਗ ਸਾਡੀ ਜਿਹੜਾ ਪ੍ਰੋਡਕਟ ਹੈ ਉਹ 'ਚ ਫਲਾਵਟ ਆਉਂਦੀ ਹੈ, ਜਾਂ ਐਸਿਡੀਫਿਕੇਸ਼ਨ ਦੇ ਨਾਲ ਸਾਡੀ ਫਰਮੈਂਟੇਸ਼ਨ 'ਚ ਐਕਚੁਅਲ ਦੇ ਵਿੱਚ ਕਾਰਬਨ ਡਾਈਆਕਸਾਈਡ ਰਿਲੀਜ਼ ਹੋ ਕੇ ਸਾਡੇ ਕੋਲ ਜਿਹੜੇ ਉਹ ਡਾਟ ਵਾਲਾ ਸਟਰਕਚਰ ਹੈ ਉਹ ਪ੍ਰੋਡਿਊਸ ਹੁੰਦਾ। तो ਕਹਿੰਦੇ ड्यूरिंग फर्मेंटेशन द वॉल्यूम ऑफ इडली बैटर हैज़ बीन रिपोर्टेड टू इंक्रीज, ओबीयसली क्योंकि इंक्रीज इसलिए होंदा है क्योंकि ਉਹਦੇ ਵਿੱਚ गैस फॉर्मेशन होंदी है एंड लेवलिंग होंदी है, रेंजिंग फ्रॉम 1.6 to 3.1 टाइम दैन इट्स ओरिजिनल वॉल्यूम। तो यू कैन मैंशन इट इन योर फ्लो चार्ट कि कितना साइज इंक्रीज होंदा। pH ਦਾ ਕੀ ਹੁੰਦਾ? pH फॉल फ्रॉम 6 to 4.3 to 5.3। ਐਸਿਡਿਟੀ ਇੰਕਰੀਜ਼ ਫਰੋਮ 3.2 to 19। ਤਾਂ ਹੀ ਜਿਹੜੀ ਇਡਲੀ ਜਾਂ ਇਹ ਪ੍ਰੋਡਕਟ ਹੁੰਦੇ ਰੈਡੀ ਟੂ ਈਟ ਪ੍ਰੋਡਕਟਸ ਜਲਦੀ ਆ, ਮਤਲਬ ਇਹਨਾਂ ਨੂੰ ਆਪਾਂ ਬਹੁਤ ਟਾਈਮ ਤੱਕ ਸਟੋਰ ਨਹੀਂ ਕਰ ਸਕਦੇ ਕਿਉਂਕਿ ਇਹ 'ਚ ਐਸਿਡਿਟੀ ਲੈਵਲ ਦੇਖੋ ਡਿਕਰੀਜ਼ ਹੋ ਰਿਹਾ ਆ, ਇੰਕਰੀਜ਼ ਹੋ ਰਿਹਾ, ਜਾਂ pH ਡਿਕਰੀਜ਼ ਹੋ ਰਹੀ ਹੈ। ਇਹ ਜ਼ਿਆਦਾ ਸਟੇਬਲ ਨਹੀਂ ਰਹਿ ਪਾਉਂਦੇ, ਇਹਨਾਂ ਨੂੰ ਇੱਕ ਟਾਈਮ ਤੋਂ ਬਾਅਦ ਕੰਜ਼ਿਊਮ ਕਰਨਾ ਪਏਗਾ, ਜਾਂ ਫਿਰ ਇਹਨਾਂ ਵਿੱਚ ਆਪਾਂ ਨੂੰ ਡਿਫਰੈਂਟ ਏਜੰਟਸ ਪਾਉਣੇ ਪੈਣਗੇ ਜਿਹੜੇ ਕਿ ਇਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖ ਸਕਣ। ਇਹ ਵੀ ਹੈ ਕਿ ਆਪਾਂ ਨੂੰ ਮਾਰਕੀਟ 'ਚੋਂ ਇਡਲੀ ਬੈਟਰ ਵੀ ਮਿਲਦਾ, ਬਟ ਉਹ ਇਡਲੀ ਬੈਟਰ ਦੀ ਅਗੇਨ ਟਾਈਮਿੰਗ ਐਂਡ ਕੰਜ਼ੰਪਸ਼ਨ ਕਦੋਂ ਤੱਕ ਹੋ ਸਕਦੀ ਹੈ ਉਹ ਸਭ ਕੁਝ ਦੇਖਣਾ ਪੈਂਦਾ। ਦੈਨ lactic acid ਦੀ ਪ੍ਰੋਡਕਸ਼ਨ ਇਜ਼ ਅਰਾਊਂਡ 25 ਗ੍ਰਾਮ ਪਰ ਇਡਲੀ ਬੈਟਰ। ਸੋ ਇਡਲੀ ਇਜ਼ ਜਨਰਲੀ ਕੰਸੀਡਰ ਨਰਿਸ਼ਿੰਗ ਐਂਡ ਈਜ਼ਲੀ ਡਾਈਜੈਸਟੇਬਲ। ਸਾਊਥ ਇੰਡੀਅਨ ਦੇ ਵਿੱਚ ਐਜ਼ ਆ ਬ੍ਰੇਕਫਾਸਟ ਆਪਾਂ ਇਹਨੂੰ ਲੈਂਦੇ ਹਾਂ। ਦੈਨ ਅਗੇਨ ਹਾਈ ਫੈਟ ਲੋ ਪ੍ਰੋਟੀਨ ਡਾਈਟ ਦੇ ਵਿੱਚ ਇਨ ਐਡੀਸ਼ਨ ਦੇਰ ਇਜ਼ ਆ ਕੋਲੀਨ, ਮਿਥਿਓਨਿਨ, ਫੋਲਿਕ ਐਸਿਡ ਪ੍ਰੈਜ਼ੈਂਟ। ਤੋ ਇਹ ਸਾਰੇ ਆਪਾਂ ਨੂੰ ਇਹਦੇ ਬੈਨੀਫਿਟ ਨੇ। ਸੋ ਦਿਸ ਇਜ਼ ਆਲ ਅਬਾਊਟ ਇਡਲੀ। ਹੁਣ ਇਡਲੀ ਦਾ ਤੁਸੀਂ ਇਹ ਪੜ੍ਹਨ ਤੋਂ ਬਾਅਦ ਯੂ ਕੈਨ ਈਜ਼ਲੀ ਪ੍ਰੀਪੇਅਰ ਅ ਫਲੋ ਚਾਰਟ ਦੇ ਵਿੱਚ ਤੁਸੀਂ ਕੀ ਆ ਵੈਸੇ ਜਿਹੜੇ ਨੋਟਸ ਹੋਰ ਦੋਗੇ ਉਹਦੇ ਵਿੱਚ ਬਣਿਆ ਵੀ ਹੋਏਗਾ ਮੋਸਟ ਪ੍ਰੋਬਬਲੀ, ਬਟ ਅਦਰਵਾਈਜ਼ ਤੁਸੀਂ ਇੱਥੋਂ ਫਲੋ ਚਾਰਟ ਬਣਾ ਸਕਦੇ ਹੋ। ਯੂ ਕੈਨ ਰਾਈਟ ਅਬਾਊਟ ਦੀ ਸਬਸਟ੍ਰੇਟ, ਮਾਈਕਰੋਇਜ਼ਮ ਦੇ ਵਿੱਚ ਵੀ ਤੁਸੀਂ ਕੋਮਾ ਪਾ ਕੇ ਲਿਖ ਸਕਦੇ ਹੋ ਕਿ 3-4 ਕਿਸ ਤਰ੍ਹਾਂ ਦੇ ਯੂਜ਼ ਹੋ ਸਕਦੇ ਆ। ਦੈਨ ਜੋ ਆਪਾਂ ਕੰਡੀਸ਼ਨਸ ਦਿੰਦੇ ਆ ਕਿ 3:1 ਹੋਣਾ ਚਾਹੀਦਾ ਟਾਈਮਿੰਗ ਸੋਕਿੰਗ ਦੀ, ਜਿਹਨੂੰ ਤੁਸੀਂ ਪਾਰ ਬੋਇਲਡ ਰਾਈਸ ਲਿਖ ਕੇ ਦੈਨ ਤੁਸੀਂ ਬਲੈਕ ਗ੍ਰਾਮ ਲਿਖ ਕੇ ਦੈਨ ਤੁਸੀਂ ਐਰੋ ਲਗਾ ਕੇ ਲਿਖ ਸਕਦੇ ਹੋ ਕਿ 3 to 10 ਆਵਰਸ ਆਪਾਂ ਉਹਨੂੰ ਸੋਕ ਕੀਤਾ, ਪੇਸਟ ਬਣਾਇਆ, ਦੈਨ ਐਡ ਸਾਲਟ। ਦੈਨ ਉਸ ਤੋਂ ਬਾਅਦ ਇਹ ਕਰਨ ਤੋਂ ਬਾਅਦ ਤੁਸੀਂ ਮਾਈਕਰੋਇਜ਼ਮ ਦਾ ਨਾਮ ਲਿਖ ਸਕਦੇ ਹੋ, ਦੀਜ਼ ਕੰਡੀਸ਼ਨ ਤੁਸੀਂ ਮੈਂਸ਼ਨ ਕਰ ਸਕਦੇ ਹੋ ਕੀ ਹੋਏਗਾ, ਐਂਡ ਪ੍ਰੋਡਕਟ ਆਫਟਰ ਫਰਮੈਂਟੇਸ਼ਨ ਦੇਰ ਇਜ਼ ਦ ਪ੍ਰੋਡਕਸ਼ਨ ਆਫ ਇਡਲੀ। ਐਂਡ ਲਾਸਟ ਤੁਸੀਂ ਲਿਖ ਸਕਦੇ ਹੋ ਕੈਨ ਬੀ ਸਰਵ ਵਿਦ ਦਿਸ
सांबर एंड कोकोनट चटनी। सो दिस इज़ अगेन अ पार्ट ऑफ इडली। दैन उस तो बाद अगर आप गल करिए डोसे की, तो डोसा इज समवट सिमिलर टू इडली, बट ये सिंपल डिफरेंस कीदा या देर इज़ अ चेंज इन दी कंसनट्रेशन। कंसनट्रेशन कितनी रहेगी इस केस 4:1, मतलब राइस इज़ 4, दाल 1, एंड यूजली चिकपी कहते ਆਪਾਂ साइसर एराटिकम कई बार यूज़ करते हैं दाल नू, एंड ਉਹਦੇ ਨਾਲ ਇਹਦੇ फ्लेवर ਦੇ ਵਿੱਚ चेंज आता। तो क्यों चिकपी अगेन ਆਪਾਂ ਕਹਿੰਦੇ ਜਦੋਂ ਆਪਾਂ ਵੈਰਾਈਟੀ ਦੀ ਗੱਲ ਕਰਦੇ ਹਾਂ ਡੋਸੇ ਦੀ, ਤਾਂ ਡੋਸੇ ਵਿੱਚ ਡਿਫਰੈਂਟ ਹੁਣ ਰਵਾ ਡੋਸਾ ਵੀ ਹੁੰਦਾ ਕਾइंड ਰਵਾ ਡੋਸਾ ਦੇ ਵਿੱਚ ਆਪਾਂ ਬੇਸਿਕਲੀ ਸਿਰਫ ਡੈਟ ਸੈਲਮੋਨੇਲਾ ਡੈਟ ਇਜ਼ सूजी ਨੂੰ यूज़ करते हैं सिर्फ। तो डिपेंड करता कि किस तरह का आप रॉ मटीरियल लिया, उस तरह की फिर अपने को फाइनल प्रोडक्ट आएगा। अगेन ये कहते फैनोग्रीक भी पा देंगे आप, इनश्योर की करता कि बैटर सही तरह स्प्रैड हो जाए डोसे के अंदर। दैन बैटर इज़ ग्राउंड मच फाइनर, ये जो बैटर उन्होंने बहुत ज़्यादा पतला किया जाता। दैन इडली कंसिडरबली थिनर इन कंसिस्टेंसी, बैटर इज स्प्रैड इन थिन लेयर, हॉट आयरन प्लेट। हूँ सब ने डोसा टेस्ट किया होना, तो बहुत ज़्यादा थिन लेयर की तरह आप बनाते हैं। दैन इन्होंने अगे लिखा होया कि आप इस जोड़ा आप डोसा बनाते हैं उपर आप डिफरेंट तरह की एडिशनस कर सकते हैं। लास्ट लाइन इन्होंने ये लिखी हुई कि वी कैन ऐड वैजिटेबल्स और वी कैन ऐड डिफरेंट ड्राई फ्रूट्स एज वैल। जे कई आलू पा लेंगे आ, सब्जियां पा लेंगे, तो डिफरेंट काइंड ऑफ डोसा इज़ अवेलेबल इन दी मार्केट। एंड होर इन्होंने की मैंशन किया होया कि इनू पर डिज़ायरेबल कलर दे विच चेंज करन तो बाद दैन इनू सर्व कर सकते हो विद सांबर एंड कोकोनट चटनी और चिकपी चटनी। सो अगेन जिवें आपां इडली की गल की है, सेम वे इत्थे आपां डोसे की गल की है। तो तुसी जदों अगर तुहानूं डोसा आ गया 5 मार्क्स के विच, तो तुसी इन्ना कुछ लिखण तो परहेज ही करोगे। सो यू कैन add these things, say केड़े माइक्रो ऑर्गेनिज्म कंडीशंस, एंड देन यू कैन हाईलाइट दी मेन पॉइंट की होगा कि इनू आप पतला थोड़ा बनाते हैं, चिकपी भी ऐड करते हैं, दैन फेनोग्रीक ऐड करते हैं, दैन देर इज़ थिन लेयर हॉट पैन ते आप स्प्रैड करते हैं, एंड गोल्डन येलो या लाइट ब्राउन होने तक बनाते हैं। सो इस वे दे नाल वी कैन लाइक मेक आर आंसर। और वो अकॉर्डिंग तो उसी जो भी इडली एंड डोसा अगर तुहानूं पेपर च आंदा है, एक फ्लो डायग्राम के नाल इहदी इंफॉर्मेशन लिखण तो बाद तुसी अपना दस सकते हो फॉर्मेटिव प्रोडक्शन ऑफ इडली एंड डोसा। Okay, that's all about idli and dosa. So in the next lecture we'll discuss about vada and gundruk, 2-3 होर ने, सो उन्हां बारे भी डिस्कस करांगे। Okay, thank you so much.